ਪੁਲਿਸ ਵਿੱਚ ਜਾਣਾ ਚਾਹੁੰਦਾ ਹੈ ਜਾਂ ਕੋਈ ਸਿਕਿਉਰਿਟੀ ਦੀ ਕੋਈ ਉੱਚ ਪੱਧਰੀ ਅਜਿਹੀ ਨੌਕਰੀ ਹੈ ਜਿਸ ਦੇ ਵਿੱਚ ਜੋ ਉਹਨਾਂ ਦਾ ਡਰਾਈਵਿੰਗ ਰੈਕਡ ਆ ਉਹ ਜਮਾ ਸਾਫ਼ ਚਾਹੀਦਾ ਹੈ। ਕੈਨੇਡਾ ਦੇ ਕਾਨੂੰਨਾਂ ਦੇ ਵਿੱਚ ਬਹੁਤ ਪਰ ਜੇਕਰ ਕਿਸੇ ਡਰਾਈਵਰ ਨੂੰ ਪਤਾ ਹੈ ਕਿ ਉਸਨੇ ਉਹ ਗਲਤੀ ਕੀਤੀ ਹੈ ਤੇ ਉਸ ਦੇ ਵਿੱਚ ਉਹ ਗਲਤ ਹੈ ਤੇ ਉਸ ਤੋਂ ਬਾਅਦ ਵੀ ਕੀ ਉਹ ਉਸ ਨੂੰ ਡਿਸਪਿਊਟ ਕਰ ਸਕਦਾ ਹੈ? ਫਾਈਨ ਘੱਟ ਵੀ ਸਕਦਾ ਹੈ, ਤੁਹਾਡੀ ਮਾਫੀ ਵੀ ਹੋ ਸਕਦੀ ਹੈ, ਪੀਆਰ ਸਟੇਟਸ ਦੀ ਐਪਲੀਕੇਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਹੈ। ਇਮੀਗ੍ਰੇਸ਼ਨ ਸਟੇਟਸ ਹੈ ਉਹਨਾਂ ਤੇ ਪ੍ਰਭਾਵ ਪੈ ਸਕਦਾ ਹੈ। ਟਿਕਟ ਸਮਝ ਕੇ ਜਾਂ ਫਾਈਨ ਸਮਝ ਕੇ ਇਗਨੋਰ ਨਾ ਕਰੋ। ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ। ਅੱਜ ਤੁਹਾਡੇ ਲਈ ਅਸੀਂ ਇੱਕ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਡਰਾਈਵਰ ਜਦੋਂ ਸੜਕਾਂ ਦੇ ਉੱਤੇ ਹੁੰਦੇ ਨੇ ਤਾਂ ਨਾ ਚਾਹੁੰਦੇ ਹੋਏ ਵੀ ਜੇਕਰ ਕਿਸੇ ਤੋਂ ਕਦੇ ਕੋਈ ਗਲਤੀ ਹੋ ਜਾਵੇ, ਫਿਰ ਬੇਸ਼ੱਕ ਕੋਈ ਕਾਫੀ ਤਜਰਬੇਕਾਰ ਡਰਾਈਵਰ ਹੋਵੇ ਜਾਂ ਫਿਰ ਕੋਈ ਨਵਾਂ ਡਰਾਈਵਰ, ਜੇ ਕੋਈ ਟਰੱਕ ਚਲਾ ਰਿਹਾ ਹੋਵੇ ਜਾਂ ਫਿਰ ਕੋਈ ਛੋਟੀ ਗੱਡੀ ਚਲਾ ਰਿਹਾ ਹੋਵੇ, ਕਿਸੇ ਨੂੰ ਵੀ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਕਿ ਉਸ ਨੂੰ ਟਿਕਟ ਮਿਲ ਸਕਦੀ ਹੈ। ਅਜਿਹੇ ਵਿੱਚ ਉਹ ਕਾਫੀ ਜ਼ਿਆਦਾ ਇਸ ਦੇ ਬਾਰੇ ਸੋਚਦੇ ਨੇ ਜਾਂ ਹੋਰਾਂ ਤੋਂ ਸਲਾਹ ਲੈਂਦੇ ਨੇ ਕਿ ਉਸ ਟਿਕਟ ਨੂੰ ਡਿਸਪਿਊਟ ਕਰਨਾ ਚਾਹੀਦਾ ਜਾਂ ਨਹੀਂ। ਇਸੇ ਦੇ ਬਾਰੇ ਅਸੀਂ ਸੀਨੀਅਰ ਵਕੀਲ ਨਵਦੀਪ ਵਿਰਕ ਸਾਡੇ ਨਾਲ ਅੱਜ ਮੌਜੂਦ ਨੇ, ਉਹਨਾਂ ਤੋਂ ਸਲਾਹ ਲਵਾਂਗੇ ਤੇ ਇਸ ਦੇ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਤੋਂ ਜਾਣਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ PNCN ਤੇ ਸਵਾਗਤ ਹੈ। ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ PNCN ਸਰ ਜੀ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਡਿਸਪਿਊਟ ਕਰਨਾ ਚਾਹੀਦਾ ਜਾਂ ਨਹੀਂ ਟਿਕਟ ਨੂੰ, ਤੇ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੀਆਂ ਆਪਣੇ ਕੈਨੇਡਾ ਦੇ ਵਿੱਚ ਹਾਈਵੇ ਦੇ ਰੂਲਸ ਨੇ ਉਹ ਹਰ ਪ੍ਰੋਵਿੰਸ ਦੇ ਆਪਣੇ ਆਪਣੇ ਨੇ। ਸੋ ਜਦੋਂ ਆਪਣੇ ਸਟੂਡੈਂਟ ਆਉਂਦੇ ਨੇ ਕਿਸੇ ਵੀ ਹਾਈਵੇ ਤੇ ਡਰਾਈਵ ਕਰਦੇ ਨੇ, ਭਾਵੇਂ ਉਹਨਾਂ ਕੋਲ ਇੰਟੈਰੀਓ ਦਾ ਲਾਇਸੈਂਸ ਹੈ ਜਾਂ ਮੈਨੀਟੋਬਾ ਦਾ ਲਾਇਸੈਂਸ ਹੈ, ਤੇ ਉਹ ਆਪਣਾ BC ਦੇ ਵਿੱਚ ਆਉਂਦੇ ਨੇ, ਕੈਲਗਰੀ ਡਰਾਈਵ ਕਰਕੇ ਆਉਂਦੇ ਨੇ, ਅਲਬਰਟਾ ਆਉਂਦੇ ਨੇ। ਸੋ ਉਹਨਾਂ ਨੂੰ ਉੱਥੋਂ ਦੇ ਰੂਲਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ। ਕਈ ਵਾਰ ਉਹਨਾਂ ਨੂੰ ਆਟੋਮੈਟਿਕ ਟਿਕਟਾਂ ਮਿਲ ਜਾਂਦੀਆਂ ਨੇ, ਕਈ ਵਾਰ ਉਹਨਾਂ ਨੂੰ RCMP ਸੜਕ ਤੇ ਕਿਸੇ ਨਾ ਕਿਸੇ ਕਾਨੂੰਨ ਦੀ ਉਲੰਘਣਾ ਕਰਨ ਲਈ ਟਿਕਟ ਦਿੰਦੀ ਹੈ। ਪਰ ਇਹਨਾਂ ਟਿਕਟਾਂ ਦਾ ਉਹਨਾਂ ਦੇ ਜਿਹੜਾ ਇਮੀਗ੍ਰੇਸ਼ਨ ਸਟੇਟਸ ਹੈ ਉਹਨਾਂ 'ਤੇ ਪ੍ਰਭਾਵ ਪੈ ਸਕਦਾ ਹੈ, ਕਿਉਂਕਿ ਜਦੋਂ ਤੁਹਾਡੀ PR ਦੀ ਫਾਈਲ ਲੱਗਣੀ ਹੈ ਉਦੋਂ ਤੁਹਾਡੀ ਜਿਹੜੀ ਪਿਛਲੇ 2 ਸਾਲਾਂ ਦੇ ਵਿੱਚ ਕੋਈ ਵੀ ਪੁਰਾਣੇ ਅਫੈਂਸ ਹੈਗੇ ਨੇ ਕਿਸੇ ਵੀ ਕਿਸਮ ਦੇ, ਭਾਵੇਂ ਉਹ ਹਾਈਵੇ ਅਫੈਂਸ ਹੋਣ, ਉਹ ਤੁਹਾਡੇ PR ਸਟੇਟਸ ਦੀ ਐਪਲੀਕੇਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਨੇ। ਇਸ ਕਰਕੇ ਤੁਹਾਨੂੰ ਉਹਨੂੰ ਸਿਰਫ ਇੱਕ ਟਿਕਟ ਸਮਝ ਕੇ ਇਗਨੋਰ ਨਹੀਂ ਕਰਨਾ ਚਾਹੀਦਾ। ਉਹਦੇ ਬਾਰੇ ਕਾਨੂੰਨੀ ਸਲਾਹ ਲੈ ਕੇ ਇਹ ਦੇਖਣਾ ਚਾਹੀਦਾ ਹੈ ਕਿ ਉਹ ਟਿਕਟ ਸਹੀ ਮਿਲੀ ਸੀ ਜਾਂ ਉਹਦੇ ਵਿੱਚ ਤੁਹਾਨੂੰ ਤੁਹਾਡੇ ਫਾਈਨ ਨੂੰ ਘਟਾਇਆ ਜਾ ਸਕਦਾ ਹੈ, ਜਾਂ ਤੁਹਾਨੂੰ ਕਿਸੇ ਤਰੀਕੇ ਨਾਲ ਕੋਈ ਕਾਨੂੰਨੀ ਸਲਾਹਕਾਰ, ਤੁਹਾਡਾ ਵਕੀਲ, ਇਹ ਮਦਦ ਕਰ ਸਕਦਾ ਹੈ ਕਿ ਤੁਸੀਂ ਉਹਦੇ ਤੋਂ ਮਾਫੀ ਵੀ ਲੈ ਸਕਦੇ ਹੋ ਜਾਂ ਤੁਸੀਂ ਬੇਗੁਨਾਹ ਸਾਬਿਤ ਵੀ ਹੋ ਸਕਦੇ ਹੋ। ਸੋ ਇਸ ਕਰਕੇ ਹਰੇਕ ਟਿਕਟ ਨੂੰ ਇੱਕ ਇੰਡੀਵਿਜੂਅਲ ਕੇਸ ਦੇਖ ਕੇ, ਹਰੇਕ ਬੰਦੇ ਦੇ ਹਾਲਾਤ, ਉਹਦੇ ਹਾਈਵੇ ਤੇ ਕੀ ਸਟੇਟਸ ਸੀ, ਕਿਹੜੇ ਉਹਨੂੰ ਲਾਅ ਦੇ ਅੰਡਰ ਟਿਕਟ ਮਿਲੀ ਹੈ, ਇਹ ਸਾਰੀਆਂ ਚੀਜ਼ਾਂ ਬਹੁਤ ਹੀ ਮਹੱਤਵਪੂਰਨ ਨੇ ਤੇ ਉਸੇ ਹਿਸਾਬ ਨਾਲ ਉਸ ਚੀਜ਼ ਨੂੰ ਜ਼ਰੂਰ ਫਾਈਟ ਕਰਨਾ ਚਾਹੀਦਾ ਹੈ। ਬਿਲਕੁਲ, ਕਿਉਂਕਿ ਕਈ ਸਾਲ ਤੋਂ ਪਿਛਲੇ ਜੋ ਕੈਨੇਡਾ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ, ਜਾਨਲੇਵਾ ਸੜਕ ਹਾਦਸੇ ਵਾਪਰੇ, ਜਿਸ ਤੋਂ ਬਾਅਦ ਸੜਕੀ ਨਿਯਮਾਂ ਦੇ ਵਿੱਚ ਵੀ ਤਬਦੀਲੀ ਕੀਤੀ ਗਈ। ਇਸੇ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਤਾਜ਼ਾ ਕੁਝ ਨਿਯਮ ਲਿਆਂਦੇ ਗਏ ਸੀ ਜੋ ਹੋਰ ਸਖਤੀ ਕੀਤੀ ਗਈ ਕਿ ਜੇਕਰ ਕੋਈ PR ਵੀ ਹੈ ਉਸ ਨੂੰ ਵੀ ਡਿਪੋਰਟ ਕੀਤਾ ਜਾ ਸਕਦਾ ਜੇਕਰ ਕੋਈ ਵੱਡੀ ਗਲਤੀ ਉਹ ਸੜਕ ਦੇ ਉੱਤੇ ਕਰ ਦਿੰਦਾ ਹੈ। ਤਾਂ ਅਜਿਹੇ ਵਿੱਚ ਜੇਕਰ ਉਹਨਾਂ ਨੂੰ ਜਿਵੇਂ ਟਿਕਟ ਵੀ ਮਿਲਦੀ ਹੈ ਇਸ ਨੂੰ ਡਿਸਪਿਊਟ ਕੀਤਾ ਜਾਂਦਾ ਹੈ। ਪਰ ਜੇਕਰ ਕਿਸੇ ਡਰਾਈਵਰ ਨੂੰ ਪਤਾ ਹੈ ਕਿ ਉਸਨੇ ਉਹ ਗਲਤੀ ਕੀਤੀ ਹੈ ਤੇ ਉਸ ਦੇ ਵਿੱਚ ਉਹ ਗਲਤ ਹੈ, ਤੇ ਉਸ ਤੋਂ ਬਾਅਦ ਵੀ ਕੀ ਉਹ ਉਸ ਨੂੰ ਡਿਸਪਿਊਟ ਕਰ ਸਕਦਾ? ਹਾਂਜੀ, ਜੱਜਸ ਦੇ ਕੋਲੇ ਹਮੇਸ਼ਾ ਇਹ ਪਾਵਰ ਹੁੰਦੀ ਹੈ। ਤੁਸੀਂ ਆਪਣੇ ਪ੍ਰਤੀਨਿਧੀ ਨੂੰ, ਕਿਸੇ ਨੂੰ ਵੀ ਅਪਾਇੰਟ ਕਰ ਸਕਦੇ ਹੋ। ਲਾਇਰ ਤੁਹਾਡੇ ਬਿਹਾਫ ਤੇ ਜਾ ਕੇ ਤੁਹਾਡੇ ਹਾਲਾਤ ਸਮਝਾ ਸਕਦਾ ਹੈ। ਕਈ ਵਾਰ ਟਿਕਟ ਦੀ ਅਮਾਊਂਟ ਇੰਨੀ ਹਾਈ ਹੁੰਦੀ ਹੈ ਕਿ ਤੁਹਾਡਾ ਮਾਲੀ ਹਾਲਾਤ ਉਨੇ ਅੱਛੇ ਨਹੀਂ ਹੁੰਦੇ ਐਜ਼ ਅ ਸਟੂਡੈਂਟ। ਜੇ ਤੁਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋ, ਉਸ ਚੀਜ਼ ਨੂੰ, ਰਿਸਪੌਂਸਿਬਿਲਿਟੀ ਨੂੰ ਤੁਸੀਂ ਓਨ ਕਰਦੇ ਹੋ, ਤਾਂ ਤੁਹਾਡਾ ਰਿਪਰੈਜ਼ੈਂਟੇਟਿਵ ਕੋਰਟ 'ਚ ਪੇਸ਼ ਹੋ ਕੇ ਤੁਹਾਡਾ ਫਾਈਨ ਵੀ ਕਟਵਾ ਸਕਦਾ ਹੈ। ਸੋ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ $1000 ਦੀ ਟਿਕਟ ਮਿਲ ਗਈ ਜਾਂ 900 ਦੀ ਟਿਕਟ ਮਿਲ ਗਈ, ਉਹਦੇ ਤੁਹਾਡੇ ਮੈਰਿਟ ਪੁਆਇੰਟਸ 'ਤੇ ਪ੍ਰਭਾਵ ਨਾ ਪਵੇ ਅਤੇ ਨਾ ਹੀ ਤੁਹਾਨੂੰ ਫਾਈਨੈਂਸ਼ੀਅਲੀ ਓਨਾ ਇੰਪੈਕਟ ਪਵੇ ਉਸ ਚੀਜ਼ ਦਾ। ਸੋ ਉਹਨਾਂ ਦੋਨਾਂ ਚੀਜ਼ਾਂ ਦਾ ਕਾਨੂੰਨ ਦੇ ਵਿੱਚ ਜਿਹੜੇ ਨਿਯਮ ਨੇ ਜੇ ਉਹ ਸਖਤ ਨੇ, ਤਾਂ ਜਿਹੜਾ ਬੰਦਾ ਉਹ ਨਿਯਮਾਂ ਤੋਂ ਪ੍ਰਭਾਵਿਤ ਹੁੰਦਾ ਉਹਦੇ ਵੀ ਇੰਡੀਵਿਜੂਅਲ ਕੇਸ ਟੂ ਕੇਸ ਡਿਪੈਂਡ ਕਰਦਾ ਹੈ ਕਿ ਉਹਦੀ ਕਿੰਨੀ ਉਸ ਚੀਜ਼ ਦੇ ਵਿੱਚ ਗੁਨਾਹ ਸੀਗਾ। ਸੋ ਇਸ ਹਿਸਾਬ ਨਾਲ ਜੱਜਸ ਹਮੇਸ਼ਾ ਬੜਾ ਫੇਅਰ ਕੇਸ ਅਸੈਸ ਕਰਦੇ ਨੇ। ਤੁਹਾਡਾ ਫਾਈਨ ਘੱਟ ਵੀ ਸਕਦਾ ਹੈ। ਮੈਂ ਤੁਹਾਡੇ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੀ, ਤੁਹਾਡਾ ਫਾਈਨ ਘੱਟ ਵੀ ਸਕਦਾ ਹੈ, ਤੁਹਾਡੀ ਮਾਫੀ ਵੀ ਹੋ ਸਕਦੀ ਹੈ। ਸੋ ਇਹ ਜ਼ਰੂਰ ਤੁਸੀਂ ਕਾਨੂੰਨੀ ਸਲਾਹ ਲੈ ਕੇ ਉਸ ਚੀਜ਼ ਨੂੰ ਇਗਨੋਰ ਨਾ ਕਰੋ। ਇਹ ਨਾ ਸੋਚੋ ਕਿ ਮੇਰੇ ਦੋਸਤ ਨੂੰ ਵੀ ਇੱਕ ਵਾਰੀ ਟਿਕਟ BC 'ਚ ਮਿਲ ਗਈ ਸੀ ਤਾਂ ਇਵੇਂ ਹੋ ਗਿਆ ਸੀ, ਕਿਉਂਕਿ ਉਹ ਹਰੇਕ ਬਹੁਤ ਲਾਜ਼ ਨੇ, ਉਹਨਾਂ 'ਚ ਡਿਫਰੈਂਟ ਟਿਕਟਾਂ ਨੇ। ਉਹਨਾਂ ਟਿਕਟਾਂ ਦਾ ਤੁਹਾਡੇ ਆਪਣੇ ਇਮੀਗ੍ਰੇਸ਼ਨ ਸਟੇਟਸ 'ਤੇ ਵੱਖਰਾ ਪ੍ਰਭਾਵ ਪੈਂਦਾ ਹੈ। ਤੁਸੀਂ ਕਿੰਨੀ ਦੇਰ ਤੋਂ ਆਏ ਹੋ, ਕਿ ਕਈ ਵਾਰ ਕੋਈ ਐਗਜ਼ਾਮ ਤੁਹਾਡਾ ਰਹਿ ਗਿਆ, ਤੁਸੀਂ ਸਟੇਟਸ ਚੇਂਜ ਕਰਨਾ ਹੈਗਾ ਆਪਣਾ, ਕੋਈ ਆਪਣਾ ਸਟੂਡੈਂਟ ਤੁਸੀਂ ਹੈਗੇ ਹੋ, ਤੁਸੀਂ ਆਪਣੇ ਇੱਕ ਸਮੈਸਟਰ ਤੋਂ ਆਫ ਲੈ ਕੇ ਕੰਮ ਕਰ ਰਹੇ ਹੋ। ਸੋ ਹਰੇਕ ਚੀਜ਼ ਦਾ ਇੰਡੀਵਿਜੂਅਲ ਅਸੈਸਮੈਂਟ ਹੈਗੀ ਹੈ ਲਾਅ ਦੇ ਵਿੱਚ, ਅਤੇ ਤੁਹਾਨੂੰ ਉਹਦਾ ਫਾਇਦਾ ਚੁੱਕਣਾ ਚਾਹੀਦਾ ਹੈ।
ਬਿਲਕੁਲ, ਕਿਉਂਕਿ ਜ਼ਰੂਰੀ ਨਹੀਂ ਹੈਗਾ ਕਿ ਕਮਰਸ਼ੀਅਲ ਵਹੀਕਲ ਹੀ ਹੋਵੇ ਤਾਂ ਉਸ ਦੇ ਉੱਤੇ ਹੀ ਤੁਹਾਡਾ ਅੱਗੇ ਪ੍ਰਭਾਵ ਪਵੇਗਾ, ਕਿਉਂਕਿ ਤੁਸੀਂ ਕੋਈ ਵੀ ਜਦੋਂ ਗੱਡੀ ਚਲਾ ਰਹੇ ਹੋ, ਟਿਕਟ ਮਿਲੀ ਹੈ ਤਾਂ ਉਸ ਤੋਂ ਬਾਅਦ ਕਈ ਅਜਿਹੇ ਪ੍ਰੋਫੈਸ਼ਨ ਨੇ ਜਿਸ ਦੇ ਵਿੱਚ ਤੁਸੀਂ ਫਿਰ ਕਦੀ ਵੀ ਜਾ ਨਹੀਂ ਸਕਦੇ। ਜੇ ਤੁਸੀਂ ਇੱਕ ਵਾਰ ਆਪਣਾ ਡਰਾਈਵਿੰਗ ਰੈਕਡ ਖਰਾਬ ਕਰ ਚੁੱਕੇ ਹੋ ਤਾਂ ਉਸ ਨੂੰ ਕਲੀਅਰ ਕੀਤਾ ਜਾ ਸਕਦਾ। ਹਾਂਜੀ, ਈਵਨ ਜਦੋਂ ਆਪਣੇ ਸਟੂਡੈਂਟ ਊਬਰ ਚਲਾਉਂਦੇ ਨੇ ਜਾਂ ਕੋਈ ਊਬਰ ਈਟਸ ਐਂਬੂਲੈਂਸ ਜਾਂ ਕੁਛ, ਜੇ ਤੁਸੀਂ ਊਬਰ ਈਟਸ ਚਲਾਉਂਦੇ ਤੁਹਾਨੂੰ ਨਹੀਂ ਪਤਾ ਵੀ ਉਹ ਜਿਹੜੀ ਤੁਹਾਨੂੰ ਟਿਕਟ ਮਿਲੀ ਹੈ ਉਹ ਤੁਹਾਡੇ ਕੱਲ ਨੂੰ ਜਦੋਂ ਤੁਸੀਂ ਕਮਰਸ਼ੀਅਲ ਡਰਾਈਵਰ ਬਣਨਾ ਉਹਨੂੰ ਕਿਵੇਂ ਇਫੈਕਟ ਕਰਦੀ ਹੈ। ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਉਹਨੂੰ ਸਿਰਫ ਇੱਕ ਚੀਜ਼ ਟਿਕਟ ਸਮਝ ਕੇ ਜਾਂ ਫਾਈਨ ਸਮਝ ਕੇ ਇਗਨੋਰ ਨਾ ਕਰੋ। ਤੁਸੀਂ ਜੋ ਵੀ ਤੁਹਾਨੂੰ ਕਾਨੂੰਨੀ ਅਧਿਕਾਰ, ਕਾਨੂੰਨੀ ਪ੍ਰੋਟੈਕਸ਼ਨਸ ਮਿਲੀਆਂ ਨੇ, ਤੁਸੀਂ ਵੀ ਉਹਨਾਂ ਦਾ ਫਾਇਦਾ ਚੁੱਕੋ ਅਤੇ ਉਸ ਚੀਜ਼ ਦੇ ਹਿਸਾਬ ਨਾਲ ਆਪਣੇ ਆਪ ਨੂੰ ਪ੍ਰੋਟੈਕਟ ਕਰੋ। ਬਿਲਕੁਲ, ਕਿਉਂਕਿ ਜੇਕਰ ਕੋਈ ਨਵਾਂ ਡਰਾਈਵਰ ਹੈ ਤਾਂ ਉਸ ਵਾਸਤੇ ਤਾਂ ਅਹਿਮ ਜ਼ਰੂਰੀ ਹੈ, ਕਿਉਂਕਿ ਕੋਈ ਬੇਸ਼ੱਕ ਘੱਟ ਉਮਰ ਦੇ ਜਿਹੜੇ ਨੌਜਵਾਨ ਵੱਖੋ ਵੱਖਰੇ ਪ੍ਰੋਫੈਸ਼ਨਸ ਵਿੱਚ ਜਾਣਾ ਚਾਹੁੰਦੇ ਨੇ, ਕੋਈ ਪੁਲਿਸ ਵਿੱਚ ਜਾਣਾ ਚਾਹੁੰਦਾ ਹੈ ਜਾਂ ਕੋਈ ਸਿਕਿਉਰਿਟੀ ਦੀ ਕੋਈ ਉੱਚ ਪੱਧਰੀ ਅਜਿਹੀ ਨੌਕਰੀ ਹੈ ਜਿਸ ਦੇ ਵਿੱਚ ਜੋ ਉਹਨਾਂ ਦਾ ਡਰਾਈਵਿੰਗ ਰੈਕਡ ਆ ਜਮਾ ਸਾਫ਼ ਚਾਹੀਦਾ ਹੈ, ਤਾਂ ਅਜਿਹੇ ਵਿੱਚੋਂ ਅਜਿਹੀਆਂ ਨੌਕਰੀਆਂ ਵੀ ਨਹੀਂ ਕਰ ਸਕਦੇ, ਉਹਨਾਂ ਦੇ ਰਾਹ ਬੰਦ ਹੋ ਜਾਂਦੇ ਨੇ। ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਉਹਨਾਂ ਦੇ ਰਾਹ ਬੰਦ ਹੋ ਜਾਂਦੇ ਨੇ। ਜੇ ਤੁਸੀਂ ਉਹਨੂੰ ਫਾਈਟ ਨਹੀਂ ਕੀਤਾ, ਤੁਸੀਂ ਉਹਨੂੰ ਰਿਸਪੌਂਸਿਬਿਲਿਟੀ ਨੂੰ ਓਨ ਨਹੀਂ ਕੀਤਾ ਤਾਂ ਉਹ ਤੁਹਾਡਾ ਰੈਕਡ ਤੁਹਾਡੇ ਨਾਲ ਹਮੇਸ਼ਾ ਚੱਲਦਾ ਹੈਗਾ। ਸੋ ਕੈਨੇਡਾ ਦੇ ਵਿੱਚ ਤੁਹਾਨੂੰ ਆਪਣਾ ਫਿਊਚਰ ਦੇਖਣਾ ਚਾਹੀਦਾ ਹੈਗਾ ਕਿ ਮੈਂ 10 ਸਾਲ ਬਾਅਦ, 20 ਸਾਲ ਬਾਅਦ ਐਜ਼ ਐਨ ਐਡਲਟ, ਜੋ ਮੇਰੇ ਤੋਂ 19 ਸਾਲ ਜਾਂ 20 ਸਾਲ ਦੇ ਵਿੱਚ ਜੇ ਕੋਈ ਗਲਤੀ ਹੋ ਗਈ ਆ ਤਾਂ ਉਹਨੂੰ ਮੈਂ ਇਸ ਵੇਲੇ ਕਾਨੂੰਨ ਦੀ ਅਧਿਕਾਰ ਖੇਤਰ ਦੇ ਵਿੱਚ ਰਹਿ ਕੇ ਉਹਨੂੰ ਮੈਂ ਸੁਧਾਰ ਸਕਾਂ। ਜੇ ਮੈਨੂੰ ਕੋਈ ਪ੍ਰੋਟੈਕਸ਼ਨ ਮਿਲ ਸਕਦੀ ਹੈ, ਮਾਫੀ ਮਿਲ ਸਕਦੀ ਹੈ, ਜਾਂ ਕਈ ਵਾਰੀ ਗਲਤੀ ਸਾਰੇ ਪਾਸਿਓਂ ਹੋ ਜਾਂਦੀ ਹੈ। ਸੋ ਕਈ ਵਾਰੀ ਪ੍ਰੂਫ ਪੂਰੇ ਤੁਹਾਡੇ ਉਲਟ ਨਹੀਂ ਹੁੰਦੇ, ਬਟ ਕਿਉਂਕਿ ਤੁਸੀਂ ਡਰ ਜਾਂਦੇ ਹੋ ਕਿ ਮੈਨੂੰ ਟਿਕਟ ਮਿਲੀ ਆ ਤਾਂ ਤੁਸੀਂ ਉਹਨੂੰ ਫਾਈਟ ਨਹੀਂ ਕਰਦੇ। ਸੋ ਤੁਹਾਨੂੰ ਉਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਅਤੇ ਤੁਹਾਨੂੰ ਬਿਲਕੁਲ ਉਹਨੂੰ ਸਿੱਧਾ ਇੰਪੈਕਟ ਉਹਨਾਂ ਉਵੇਂ ਨਹੀਂ ਲੈਣਾ ਚਾਹੀਦਾ, ਤੁਹਾਨੂੰ ਉਹਦੀ ਅਸੈਸਮੈਂਟ ਕਰਨੀ ਚਾਹੀਦੀ ਹੈ। ਹੁਣ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਟਿਕਟ ਜੇਕਰ ਕਿਸੇ ਨੂੰ ਅੱਜ ਤੋਂ 3 ਸਾਲ ਪਹਿਲਾਂ ਮਿਲੀ ਸੀ, ਪਰ ਹੁਣ ਜਦੋਂ ਉਸਨੇ ਅੱਗੇ ਇਸ ਕੰਮ ਦੇ ਵਿੱਚ ਹੀ ਜਾਣਾ, ਖਿੱਤੇ ਵਜੋਂ ਚੁਣਨਾ ਡਰਾਈਵਿੰਗ ਨੂੰ, ਤਾਂ ਉਸਨੂੰ ਕਲੀਅਰੈਂਸ ਨਹੀਂ ਮਿਲ ਰਹੀ, ਤਾਂ ਉਹ 3 ਸਾਲ ਬਾਅਦ ਵੀ ਕੀ ਉਸ ਪੁਰਾਣੀ ਟਿਕਟ ਦੇ ਉੱਤੇ ਡਿਸਪਿਊਟ ਪਾ ਸਕਦਾ? ਨਹੀਂ ਜੀ, ਜਿਹੜੀ ਤੁਸੀਂ ਟਿਕਟ ਹੈ ਉਹ ਜਿਹਦਾ ਟਾਈਮ ਲਾਈਨ ਹੁੰਦੀ ਹੈ, ਦੋ ਤਰੀਕੇ ਨੇ। ਇੱਕ ਤਾਂ ਆਪਾਂ ਜੱਜ ਕੋਲ ਪੇਸ਼ ਹੋ ਕੇ ਉਹ ਟਿਕਟ ਦੀ ਮਾਫੀ ਕਰਨੇ ਆ, ਉਹਦੀ ਟਾਈਮ ਲਾਈਨ ਵੱਖਰੀ ਹੈਗੀ ਹੈ। ਉਹ ਜਦੋਂ ਤੁਹਾਨੂੰ ਟਿਕਟ ਮਿਲਦੀ ਹੈ ਉਹਦੇ ਤੁਹਾਨੂੰ 30 ਦਿਨ ਹੁੰਦੇ ਨੇ। ਸੋ ਉਹ 30 ਦਿਨਾਂ ਦੇ ਵਿੱਚ ਤੁਹਾਨੂੰ ਉਹਦਾ ਡਿਸਪਿਊਟ ਪਾਉਣਾ ਚਾਹੀਦਾ। ਜੇ ਤੁਹਾਡੇ 30 ਦਿਨ ਲੰਘ ਜਾਂਦੇ ਨੇ ਤਾਂ ਤੁਹਾਡਾ ਵਕੀਲ ਸਮਝਾ ਸਕਦਾ ਕੋਰਟ ਤੋਂ ਵੀ ਇਹਦੇ ਕੀ ਹਾਲਾਤ ਸੀ, ਕਿਉਂ ਸਾਡਾ 30 ਦਿਨ ਤੋਂ ਉੱਤੇ ਲੰਘ ਗਿਆ। ਪਰ ਜੇ ਆਪਾਂ 3 ਸਾਲ ਬਾਅਦ ਦੀ ਗੱਲ ਕਰੀਏ ਤਾਂ ਫਿਰ ਉਹ ਆਪਾਂ ਨੂੰ ਡਿਫਰੈਂਟ ਅਪਰੋਚ ਦੇਖਣੀ ਪੈਂਦੀ ਹੈ ਕਿ ਕਈ ਵਾਰ ਹੁੰਦਾ ਕਿ ਜਿੱਥੇ ਆਪਾਂ ਜੌਬ ਲੈਣੀ ਹੈ ਉੱਥੇ ਆਪਾਂ ਐਕਸਪਲੇਨੇਸ਼ਨ ਦੇ ਸਕਦੇ ਹਾਂ ਵੀ ਇਸ ਬੰਦੇ ਦੇ ਆਹ ਹਾਲਾਤ ਸੀ, ਇਹ ਕੰਮ ਸੀ, ਇਹ ਹੋਇਆ। ਪਰ ਜੇ ਹੁਣ ਆਪਾਂ ਇਹ ਸੋਚੀਏ ਵੀ 3 ਸਾਲ ਬਾਅਦ ਜਾ ਕੇ ਆਪਾਂ ਉਸ ਚੀਜ਼ ਨੂੰ ਠੀਕ ਕਰ ਸਕਦੇ ਹਾਂ ਤਾਂ ਬਹੁਤੇ ਕੇਸਾਂ ਦੇ ਵਿੱਚ ਉਹ ਪੋਸੀਬਲ ਨਹੀਂ ਹੁੰਦਾ। ਯਾਨੀ ਕਿ ਅਗਰ ਕਾਨੂੰਨੀ ਰੂਪ ਵਿੱਚ ਜੇ ਵਕੀਲ ਤੋਂ ਮਦਦ ਲਈ ਜਾਵੇ ਤਾਂ ਇੰਨੀ ਜ਼ਿਆਦਾ ਪੁਰਾਣੇ ਡਰਾਈਵਿੰਗ ਰੈਕਡ ਨੂੰ ਵੀ ਕਲੀਅਰ ਜੇ ਕਰਵਾਉਣਾ ਹੈ ਤਾਂ ਉਸ ਵਾਸਤੇ ਅੱਗੇ ਨਹੀਂ ਵਧਿਆ ਜਾ ਸਕਦਾ। ਉਹਦੀ ਬਹੁਤੇ ਹਾਲਾਤ 'ਚ ਆਪਾਂ ਐਕਸਪਲੇਨੇਸ਼ਨ ਦੇ ਸਕਦੇ ਹਾਂ। ਜਿਵੇਂ ਇਮੀਗ੍ਰੇਸ਼ਨ ਦੇ ਕੇਸ ਵੀ ਖਰਾਬ ਹੋ ਜਾਂਦੇ ਨੇ, ਕਈ ਸਾਡੇ ਕੋਲ ਕਲਾਇੰਟ ਆਉਂਦੇ ਜਿਨ੍ਹਾਂ ਦੀ ਮਿਸਰਿਪ੍ਰੈਜ਼ੈਂਟੇਸ਼ਨ ਲੱਗ ਜਾਂਦੀ ਹੈ, ਜੋ ਕੁਝ ਵੀ ਹੁੰਦਾ ਅਸੀਂ ਉਹਨਾਂ ਦੇ ਹਾਲਾਤ ਨੂੰ ਸਮਝਾ ਸਕਦੇ ਹਾਂ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ, ਉਹਨਾਂ ਦੀ ਚੀਜ਼ ਨੂੰ ਕਲੈਰੀਫਾਈ ਕਰ ਸਕਦੇ ਹਾਂ। ਪਰ ਉਹ ਜਿੱਥੇ ਉਹ ਖੜੇ ਨੇ ਉਸ ਤੋਂ ਆਪਾਂ ਪਿੱਛੇ ਨਹੀਂ ਜਾ ਸਕਦੇ ਅਨਫੋਰਚੂਨੇਟਲੀ। ਤੇ ਇਸੇ ਨਾਲ ਜੁੜਿਆ ਕੋਈ ਹੋਰ ਸਵਾਲ ਜਿਹੜਾ ਮੇਰੇ ਤੋਂ ਪੁੱਛਣ ਤੋਂ ਰਹਿ ਗਿਆ ਹੋਵੇ, ਤੁਸੀਂ ਆਪਣੇ ਵੱਲੋਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਨਹੀਂ, ਮੈਂ ਸਾਰੇ ਡਰਾਈਵਰ ਨੂੰ ਜਿਹੜੇ ਆਪਣੇ ਬੱਚੇ ਹੈਗੇ ਨੇ ਯੰਗ ਜਿਹੜੇ ਡਰਾਈਵਿੰਗ ਕਰਦੇ ਨੇ, ਸਪੈਸ਼ਲੀ ਟਰੱਕਿੰਗ ਦੇ ਵਿੱਚ ਬਹੁਤ ਪ੍ਰੈਸ਼ਰ 'ਚ ਕੰਮ ਕਰਦੇ ਨੇ ਬੀਇੰਗ ਅ ਸਟੂਡੈਂਟ, ਤਾਂ ਉਹਨਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਇਸ ਚੀਜ਼ ਤੋਂ ਡਰੋ ਨਹੀਂ। ਜੇ ਤੁਹਾਡੇ ਨਾਲ ਕੁਝ ਹੁੰਦਾ ਹੈ ਤਾਂ ਉਸ ਵੇਲੇ ਆਪਣੀ ਕਾਨੂੰਨੀ ਸਲਾਹ ਲਓ ਅਤੇ ਦੇਖੋ ਉਸ ਚੀਜ਼ ਨੂੰ ਵੀ ਤੁਹਾਡਾ ਕੀ ਇੰਪੈਕਟ ਪੈਂਦਾ, ਕਿਉਂਕਿ ਤੁਹਾਨੂੰ ਆਪਣਾ ਆਉਣ ਵਾਲਾ ਲਾਈਫ ਨਹੀਂ ਦਿਖ ਰਿਹਾ ਉਸ ਵੇਲੇ। ਸੋ ਪਰ ਜੇ ਤੁਹਾਨੂੰ ਲਾਇਰ ਹੋਏਗਾ ਉਹ ਤੁਹਾਨੂੰ ਡੈਫੀਨੇਟਲੀ ਦੇਖ ਕੇ ਦੱਸ ਸਕਦਾ ਵੀ ਇਹ ਚੀਜ਼ ਦਾ ਤੁਹਾਡੇ ਤੇ ਪਾਰਟਿਕੂਲਰ ਕੀ ਇੰਪੈਕਟ ਪੈਂਦਾ। ਸੋ ਘਬਰਾਉਣ ਵਾਲੀ ਕੋਈ ਗੱਲ ਨਹੀਂ। ਕੈਨੇਡਾ ਦੇ ਕਾਨੂੰਨਾਂ ਦੇ ਵਿੱਚ ਬਹੁਤ ਅੱਛੀਆਂ ਪ੍ਰੋਵੀਜ਼ਨਸ ਹੈਗੀਆਂ ਨੇ ਜਿਹੜੀਆਂ ਸਾਰਿਆਂ ਨੂੰ ਬਰਾਬਰੀ ਦਿੰਦੀਆਂ ਨੇ, ਭਾਵੇਂ ਤੁਸੀਂ ਅਕਿਊਜ਼ਡ ਹੋ ਤਾਂ ਵੀ ਤੁਹਾਨੂੰ ਪ੍ਰੋਸੀਜਰਲ ਪ੍ਰੋਟੈਕਸ਼ਨਸ ਹੈਗੀਆਂ ਨੇ। ਸੋ ਇਹੀ ਮੈਂ ਕਹਿਣਾ ਚਾਹੂੰਗੀ। ਥੈਂਕ ਯੂ ਵੈਰੀ ਮਚ ਫॉर ਹੈਵਿੰਗ ਮੀ ਔਨ ਯੋਰ ਚੈਨਲ। ਥੈਂਕ ਯੂ ਸੋ ਮਚ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਮਾਈ ਪਲੇਜ਼ਰ। ਸਤਿ ਸ਼੍ਰੀ ਅਕਾਲ। ਜਿਵੇਂ ਕਿ ਸਾਡੇ ਨਾਲ ਇੱਥੇ ਸੀਨੀਅਰ ਵਕੀਲ ਗੁਲਵਿਰਕ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਨਵਦੀਪ ਵਿਰਕ ਵੀ, ਜੋ ਤੁਸੀਂ ਆਨਲਾਈਨ ਵੀ ਸਰਚ ਕਰ ਸਕਦੇ ਹੋ ਤੇ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ। ਤੇ ਜੇਕਰ ਜਿਵੇਂ ਕਿ ਜਾਣਕਾਰੀ ਦੱਸੀ ਗਈ ਹੈ ਕਿਸੇ ਨੇ ਜੋ ਟਿਕਟ ਹੈ ਉਸ ਨੂੰ ਡਿਸਪਿਊਟ ਕਰਨਾ ਜ਼ਰੂਰੀ ਵੀ ਹੈ, ਕੇਸ ਨੂੰ ਕਰਨਾ ਚਾਹੀਦਾ, ਕਿਉਂਕਿ ਡਰਾਈਵਿੰਗ ਰੈਕਟ ਨੂੰ ਕਲੀਅਰ ਕੀਤਾ ਜਾ ਸਕਦਾ, ਜਾਂ ਫਿਰ ਜਿਹੜੀ ਉਹ ਰਕਮ ਹੈ ਉਸ ਨੂੰ ਅਦਾ ਕਰਨ ਤੋਂ ਤੁਸੀਂ ਘਟਾ ਸਕਦੇ ਹੋ ਕਿ ਘੱਟ ਰਕਮ ਤੁਹਾਨੂੰ ਅਦਾ ਕਰਨੀ ਪਵੇਗੀ ਤੇ ਉਸ ਦੇ ਵਿੱਚ ਤੁਹਾਨੂੰ ਅੱਗੇ ਵੀ ਹੋਰ ਮਦਦ ਹੋ ਸਕਦੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਜਿਵੇਂ ਕਿ ਸਾਨੂੰ ਇੱਥੇ ਸਲਾਹ ਦਿੱਤੀ ਗਈ ਹੈ ਕਿ ਟਿਕਟ ਨੂੰ ਡਿਸਪਿਊਟ ਕਰਨਾ ਬਣਦਾ ਹੈ। ਤੇ ਇਸੇ ਨਾਲ ਹੀ ਮੈਨੂੰ ਪ੍ਰਨੀਤ ਕਰਨ ਦੀ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਜਾਣਕਾਰੀ ਦੇ ਨਾਲ। ਸਤਿ ਸ਼੍ਰੀ ਅਕਾਲ।